ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਰੋ ਜੁਲ ਕਾ ਪਰਮਹੰਸ, ਪੂਰੈ ਸਤਿਗੁਰ ਕਿਰਪਾ ਧਾਰੀ। ਮੱਲੂ ਸਾਹੀ ਸੂਰਮਾ, ਵੱਡਾ ਭਗਤ ਭਾਈ ਕੇਦਾਰੀ। ਦੀਪਾ ਦਿਓ ਨਰਾਇਣ ਦਾਸ, ਬੂਲੇ ਦੇ ਜਾਈਐ ਬਲਿਹਾਰੀ। ਲਾਲ ਸੋ ਲਾਲੂ ਬੁੱਧਵਾਨ, ਦੁਰਗਾ ਜੀਵੰਦ ਪਰ ਉਪਕਾਰੀ। ਜੱਗਾ ਧਰਣੀ ਜਾਣੀਐ, ਸੰਸਾਰੂ ਨਾਲੇ ਨਿਰੰਕਾਰੀ। ਖਾਨੂ ਮਾਈਆ ਪਿਓ ਪੁੱਤ ਹੈ, ਗੁਣ ਗਾਹਕ ਗੋਵਿੰਦ ਭੰਡਾਰੀ। ਜੋਧ ਰਸੋਈਆ ਦੇਵਤਾ, ਗੁਰ ਸੇਵਾ ਕਰ ਦੁੱਤਰ ਤਾਰੀ। ਪੂਰੈ ਸਤਿਗੁਰ ਪੈਜ ਸਵਾਰੀ, ਪੂਰੈ ਸਤਿਗੁਰ ਪੈਜ ਸਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦੇ ਵਿੱਚੋਂ ਆਪ ਜੀ ਨੇ 15ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਇਸ 15ਵੀਂ ਪੌੜੀ ਦੇ ਵਿੱਚ ਖਾਸ ਕਰਕੇ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਿੱਖਾਂ ਦਾ ਜ਼ਿਕਰ ਕਰ ਰਹੇ ਹਨ। ਐਸੇ ਪਿਆਰੇ ਸਿੱਖ ਜਿਨ੍ਹਾਂ ਨੇ ਸਤਿਗੁਰੂ ਦੀ ਚਰਨ ਸ਼ਰਨ ਦੇ ਵਿੱਚੋਂ ਸਿੱਖੀ ਪ੍ਰਾਪਤ ਕਰਕੇ, ਕਮਾਈ ਕਰਕੇ ਆਪਣਾ ਜੀਵਨ ਸਫਲ ਬਣਾਇਆ। ਪੂਰੇ ਸਮਰੱਥ ਸਤਿਗੁਰੂ ਨੇ ਉਹਨਾਂ ਦੀ ਪੈਜ ਸਵਾਰੀ। ਸੋ ਇਸ 11ਵੀਂ ਵਾਰ ਦੇ ਵਿੱਚ ਅਨੇਕਾਂ ਗੁਰਸਿੱਖਾਂ ਦੇ ਨਾਵਾਂ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਕਰ ਰਹੇ ਹੈ। ਸੋ ਕੱਲ੍ਹ ਵੀ ਆਪਾਂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜਿਹੜੇ ਸਿੱਖ ਹੋਏ ਹੈ ਉਹਨਾਂ ਦਾ ਜ਼ਿਕਰ ਸਰਵਣ ਕੀਤਾ ਹੈ। ਆਓ ਹੁਣ ਇਸ ਤੋਂ ਅੱਗੇ 15ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਸਤਿਗੁਰੂ ਦੇ ਸਿੱਖਾਂ ਦਾ ਜ਼ਿਕਰ ਕਰ ਰਹੇ ਹੈ। ਵਾਹਿਗੁਰੂ ਜੀ। ਪਾਰੋ ਜੁਲ ਕਾ ਪਰਮਹੰਸ, ਪੂਰੈ ਸਤਿਗੁਰ ਕਿਰਪਾ ਧਾਰੀ। ਭਾਈ ਪਾਰੋ ਜੁਲ ਕਾ ਇਹ ਡੱਲਾ ਨਿਵਾਸੀ ਸਨ। ਸੁਲਤਾਨਪੁਰ ਦੇ ਨੇੜੇ ਡੱਲਾ ਨਗਰ ਹੈ, ਉੱਥੋਂ ਦੇ ਰਹਿਣ ਵਾਲੇ ਸਨ। ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲੋਂ ਇਹਨਾਂ ਨੇ ਸਿੱਖੀ ਧਾਰਨ ਕੀਤੀ। ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਪਰਮਹੰਸ ਕਿਵੇਂ ਬਣਿਆ ਜਾਂਦਾ ਹੈ? ਤਾਂ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਭਾਈ ਪਾਰੋ ਨੂੰ ਦੱਸਿਆ, ਭਾਈ ਪਾਰੋ ਹੰਸ ਜਿਹੜਾ ਹੁੰਦਾ ਹੈ ਉਹ ਮਾਨ ਸਰੋਵਰ 'ਤੇ ਵੱਸਦਾ ਹੈ, ਹੀਰੇ ਮੋਤੀ ਚੁਗ ਕੇ ਖਾਂਦਾ ਹੈ, ਦੁੱਧ ਅਤੇ ਪਾਣੀ ਨੂੰ ਵੱਖਰਾ ਕਰ ਦਿੰਦਾ ਹੈ। ਜਿਹੜਾ ਪਰਮਹੰਸ ਹੁੰਦਾ ਹੈ
ਉਹ ਸਤ ਸੰਗਤ ਰੂਪੀ ਮਾਨ ਸਰੋਵਰ 'ਤੇ ਵਸਦਾ ਹੈ। ਸ਼ਬਦ ਦੇ ਹੀਰੇ ਮੋਤੀ ਚੁਗ ਕੇ ਖਾਂਦਾ ਹੈ। ਸੱਚ ਤੇ ਝੂਠ ਨੂੰ, ਸਾਰ ਤੇ ਅਸਾਰ ਨੂੰ ਵੱਖਰਿਆਂ ਕਰ ਦਿੰਦਾ ਹੈ। ਆਤਮਾ ਸਰੀਰ ਮਿਲੇ ਹੋਏ ਹੈ, ਉਹ ਸਰੀਰ ਨੂੰ ਨਾਸ਼ਵੰਤ ਜਾਣ ਕੇ ਇਹਦੇ ਨਾਲ ਮੋਹ ਨਹੀਂ ਕਰਦਾ, ਤੇ ਆਤਮਾ ਨੂੰ ਸਦੀਵੀ ਰਹਿਣ ਵਾਲੀ ਜਾਣਦਾ ਹੈ। ਮਰਨਹਾਰ ਇਹੋ ਜੀਅਰਾ ਨਾਹੀਂ। ਭਾਈ ਪਾਰੋ ਨੇ ਸਤਿਗੁਰੂ ਦਾ ਉਪਦੇਸ਼ ਸੁਣਿਆ, ਗੁਰਸਿੱਖੀ ਦੀ ਦਾਤ ਪ੍ਰਾਪਤ ਕੀਤੀ। ਸੱਚ ਦੇ ਨਾਲ, ਸਿਧਾਂਤ ਦੇ ਨਾਲ ਜੁੜੇ, ਝੂਠੇ ਪਦਾਰਥਾਂ ਦੇ ਨਾਲ ਬਿਲਕੁਲ ਮੋਹ ਨਹੀਂ ਰਿਹਾ। ਸਮਾਂ ਆਇਆ ਸਤਿਗੁਰੂ ਅਮਰਦਾਸ ਮਹਾਰਾਜ ਜੀ ਦਾ, ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਰਮਹੰਸ ਦੀ ਪਦਵੀ ਭਾਈ ਪਾਰੋ ਜੀ ਨੂੰ ਬਖਸ਼ਿਸ਼ ਕੀਤੀ ਸੀ। ਇੰਨੀ ਸਾਧਨਾ, ਇੰਨੀ ਕਮਾਈ ਸੀ ਭਾਈ ਪਾਰੋ ਜੀ ਦੀ ਕਿ ਸਤਿਗੁਰੂ ਅਮਰਦਾਸ ਮਹਾਰਾਜ ਜੀ ਨੇ ਇੱਕ ਵਾਰ ਬਚਨ ਕਹੇ ਸੀ, ਭਾਈ ਪਾਰੋ, ਸਾਡਾ ਜੀ ਕਰਦਾ ਹੈ ਕਿ ਗੁਰਤਾ ਗੱਦੀ ਦੀ ਦਾਤ ਤੁਹਾਨੂੰ ਬਖਸ਼ ਦਈਏ। ਮਨ ਮੇਰੇ ਮਹਿ ਇਉਂ ਬਨ ਆਵੇ, ਗੁਰ ਗਾਦੀ ਪਰ ਤੋਹੇ ਬਿਠਾਵੇ। ਕਰ ਜੋਰੇ ਪਾਰੋ ਪਗ ਪਰਿਓ, ਤਰਾਹੇ ਤਰਾਹੇ ਮੁਖ ਬਚਨ ਉਚਰਿਓ। ਪ੍ਰਭ ਜੀ ਗੁਰ ਸਿੱਖੀ ਮੁਝ ਭਾਵੇ, ਗੁਰਿਆਈ ਸਤਿਗੁਰ ਹੈ ਸੁਹਾਵੇ। ਭਾਈ ਪਾਰੋ ਨੇ ਹੱਥ ਜੋੜੇ, ਸਤਿਗੁਰੂ ਰੱਖਿਆ ਕਰੋ, ਮੈਨੂੰ ਗੁਰਸਿੱਖੀ ਚੰਗੀ ਲੱਗਦੀ ਹੈ। ਗੁਰਤਾ ਗੱਦੀ ਤਾਂ ਆਪ ਸਤਿਗੁਰੂ ਨੂੰ ਹੀ ਸੋਭਦੀ ਹੈ। ਸੋ ਇੱਥੋਂ ਆਪਾਂ ਵੇਖ ਸਕਦੇ ਹਾਂ ਵੀ ਕਿੱਡਾ ਉੱਚਾ ਤੇ ਸੁੱਚਾ ਜੀਵਨ ਸੀ ਭਾਈ ਪਾਰੋ ਦਾ, ਕਿ ਗੁਰੂ ਅਮਰਦਾਸ ਜੀ ਗੁਰਤਾ ਗੱਦੀ ਦੇਣ ਵਾਸਤੇ ਬਚਨ ਕਹਿੰਦੇ ਹੈ। ਭਾਈ ਪਾਰੋ ਨੂੰ ਪਰਮਹੰਸ ਦੀ ਪਦਵੀ ਬਖਸ਼ੀ। ਸਤਿਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੇਨਤੀ ਕਰਕੇ ਵੈਸਾਖੀ ਦੀ ਇਕੱਤਰਤਾ, ਵੈਸਾਖੀ ਦਾ ਜੋੜ ਮੇਲਾ ਵੀ ਭਾਈ ਪਾਰੋ ਨੇ ਆਰੰਭ ਕਰਵਾਇਆ ਸੀ। ਸਤਿਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੀ ਭਾਈ ਪਾਰੋ ਜੀ ਨੇ, ਮਹਾਰਾਜ ਵੈਸੇ ਤਾਂ ਸੰਗਤਾਂ ਨਿੱਤ ਆਪ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਉਂਦੀਆਂ ਨੇ, ਪਰ ਕੋਈ ਖਾਸ ਦਿਨ ਨੀਅਤ ਹੋਵੇ ਕਿ ਸੰਗਤਾਂ ਸਾਰੀਆਂ ਇਕੱਤਰ ਹੋਣ। ਪਾਤਸ਼ਾਹ ਨੇ ਕਿਹਾ ਸੀ ਗੁਰੂ ਅਮਰਦਾਸ ਜੀ ਨੇ, ਭਾਈ ਪਾਰੋ ਮੇਰੇ ਮਨ ਵਿੱਚ ਵੀ ਆਉਂਦਾ ਹੈ। ਤੋ ਸਤਿਗੁਰੂ ਜੀ ਨੇ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਵੈਸਾਖ ਦੀ ਸੰਗਰਾਂਦ, ਇੱਕ ਵੈਸਾਖ ਵਾਲਾ ਦਿਨ ਨੀਯਤ ਕੀਤਾ ਸੀ, ਤੇ ਉਦੋਂ ਤੋਂ ਵੈਸਾਖੀ ਮਨਾਈ ਜਾਣ ਲੱਗੀ। ਸੋ ਫਿਰ ਸਮੇਂ ਦੇ ਨਾਲ ਵੈਸਾਖੀ ਵਾਲੇ ਦਿਨ ਬੜੇ ਵੱਡੇ ਪੰਥ ਦੇ ਇਕੱਠ ਹੁੰਦੇ ਰਹੇ। ਇਤਿਹਾਸ ਨੇ ਉਹਨਾਂ ਸਾਰੀਆਂ ਘਟਨਾਵਾਂ ਨੂੰ ਆਪਣੀ ਬੁੱਕਲ ਦੇ ਵਿੱਚ ਸਮੋ ਕੇ ਰੱਖਿਆ ਹੈ। ਫਿਰ ਇਸੇ ਵੈਸਾਖੀ ਵਾਲੇ ਦਿਨ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਪੰਜਾਂ ਸਿੱਖਾਂ ਦੇ ਸੀਸ ਲੈ ਕਰਕੇ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਬਖਸ਼ੀ, ਸਿੰਘ ਸਜਾਇਆ, ਖਾਲਸਾ ਸਜਾਇਆ ਸਤਿਗੁਰੂ ਜੀ ਨੇ। ਸੋ ਭਾਈ ਪਾਰੋ ਜੀ ਬਹੁਤ ਪਰਉਪਕਾਰੀ ਸਿੱਖ ਹੋਏ ਆ। ਉਹਨਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਨੇ, ਪਾਰੋ ਜੁਲਕਾ ਪਰਮਹੰਸ, ਪੂਰੇ ਸਤਿਗੁਰ ਕਿਰਪਾ ਧਾਰੀ। ਭਾਈ ਪਾਰੋ ਜੁਲਕਾ ਜੀ ਜੋ ਪਰਮਹੰਸ ਹੋਏ ਹੈ, ਪੂਰੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ। ਗੁਰੂ ਅਮਰਦਾਸ ਮਹਾਰਾਜ ਜੀ ਨੇ ਵੱਡੀ ਰਹਿਮਤ ਕੀਤੀ। ਅਤੇ ਜਿਸ ਵੇਲੇ ਸਤਿਗੁਰੂ ਅਮਰਦਾਸ ਜੀ ਨੇ 22 ਮੰਜੀਆਂ ਬਖਸ਼ਿਸ਼ ਕੀਤੀਆਂ ਸਨ, ਤਾਂ ਇੱਕ ਮੰਜੀ ਭਾਈ ਪਾਰੋ ਨੂੰ ਵੀ ਸਤਿਗੁਰੂ ਨੇ ਬਖਸ਼ੀ ਸੀ। ਇਹ ਵੀ ਪ੍ਰਚਾਰਕ ਸਨ, ਗੁਰਸਿੱਖੀ ਦਾ ਪ੍ਰਚਾਰ ਕਰਿਆ ਕਰਦੇ ਸਨ, ਮਹਾਨ ਗੁਰੂ ਕੇ ਸਿੱਖ ਹੋਏ ਹੈ। ਮੱਲੂ ਸ਼ਾਹੀ ਸੂਰਮਾ, ਵੱਡਾ ਭਗਤ ਭਾਈ ਕੇਦਾਰੀ। ਭਾਈ ਮੱਲੂ ਸ਼ਾਹੀ ਜੀ, ਇਹ ਵੀ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸਿੱਖ ਹੋਏ ਹੈ। ਪਾਤਸ਼ਾਹ ਨੂੰ ਆ ਕੇ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਮੁਗਲਾਂ ਦੀ ਨੌਕਰੀ ਕਰਦੇ ਹਾਂ, ਐਸਾ ਉਪਦੇਸ਼ ਦੇਵੋ ਕਿ ਸਾਡਾ ਵੀ ਭਲਾ ਹੋਵੇ, ਕਲਿਆਣ ਹੋਵੇ। ਰੋਜੀ ਰੋਟੀ ਵਾਸਤੇ ਨੌਕਰੀ ਕਰਨੀ ਪੈਂਦੀ ਹੈ, ਕਿਰਪਾ ਕਰੋ ਸਿੱਖਿਆ ਦੇਵੋ। ਤਾਂ ਸਤਿਗੁਰੂ ਨੇ ਭਾਈ ਮੱਲੂ ਸ਼ਾਹੀ ਨੂੰ ਕਿਹਾ ਸੀ, ਮੱਲੂ ਸ਼ਾਹੀ, ਇਹ ਸਰੀਰ ਜਿਹੜੇ ਨੇ ਨਾਸ਼ਵੰਤ ਹਨ, ਸਰੀਰਾਂ ਦਾ ਮੋਹ ਨਹੀਂ ਕਰਨਾ। ਜੋ ਕਿਰਤ ਹੈ ਪਾਤਸ਼ਾਹ ਜੀ ਕਹਿੰਦੇ ਉਹ ਆਪਣੀ ਕਿਰਤ ਕਰਨੀ ਹੈ।
ਔਰ ਜਦੋਂ ਵੀ ਕਦੇ, ਕਿਉਂਕਿ ਭਾਈ ਮੱਲੂ ਸ਼ਾਹੀ ਸੂਰਮਾ ਸੀ, ਸਿਪਾਹੀ ਸੀ, ਪਾਤਸ਼ਾਹ ਜੀ ਕਹਿੰਦੇ ਜਦੋਂ ਜੰਗ ਦਾ ਸਮਾਂ ਆਣ ਬਣੇ ਉਦੋਂ ਫਿਰ ਸਾਹਮਣੇ ਦੁਸ਼ਮਣ ਥੋੜ੍ਹੇ ਹੋਣ ਜਾਂ ਬਹੁਤੇ ਹੋਣ, ਇਸ ਗੱਲ ਦੀ ਪਰਵਾਹ ਨਹੀਂ ਕਰਨੀ। ਜੰਗ ਦੇ ਵਿੱਚ ਜੂਝਣਾ ਹੈ। ਜੰਗ ਵਿੱਚ ਜੂਝ ਕੇ ਜਿਹੜਾ ਪ੍ਰਾਣ ਤਿਆਗਦਾ ਹੈ ਉਹ ਸੂਰਮਾ ਪ੍ਰਮਾਤਮਾ ਦੇ ਘਰ ਦੇ ਵਿੱਚ ਥਾਂ ਪ੍ਰਾਪਤ ਕਰਦਾ ਹੈ। ਨਾਮ ਜਪਣਾ, ਬੰਦਗੀ ਕਰਨੀ, ਆਪਣੇ ਜੀਵਨ ਨੂੰ ਸਵਾਰਨਾ, ਤੇ ਪਾਤਸ਼ਾਹ ਜੀ ਕਹਿੰਦੇ ਇਉਂ ਜੀਵਨ ਸਫਲ ਹੋਵੇਗਾ। ਨਾਲ ਹੀ ਮਹਾਰਾਜ ਨੇ ਦੱਸਿਆ ਦੇਸ਼, ਕਾਲ, ਵਸਤੂ, ਜਦੋਂ ਇਹ ਤਿੰਨ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ ਬੰਦੇ ਦੀ ਮੌਤ ਉਦੋਂ ਹੀ ਹੁੰਦੀ ਹੈ। ਦੇਸ਼ ਉਹ ਥਾਂ ਜਿੱਥੇ ਮੌਤ ਹੋਣੀ ਹੋਵੇ, ਉਹ ਥਾਂ। ਦੂਜਾ ਉਹ ਸਮਾਂ ਜਿਸ ਸਮੇਂ ਪ੍ਰਾਣ ਨਿਕਲਣੇ ਨੇ। ਤੇ ਤੀਜਾ ਜਿਸ ਚੀਜ਼, ਜਿਸ ਵਸਤੂ ਦੇ ਨਾਲ ਮੌਤ ਹੋਣੀ ਹੈ, ਭਾਵੇਂ ਉਹ ਤੀਰ ਹੋਵੇ, ਗੋਲੀ ਹੋਵੇ, ਉਹ। ਜੇ ਇਹ ਤਿੰਨ ਚੀਜ਼ਾਂ ਦੇਸ਼, ਕਾਲ, ਵਸਤੂ ਇਕੱਠੀਆਂ ਹੋ ਗਈਆਂ ਤਾਂ ਫਿਰ ਕੋਈ ਬੰਦੇ ਨੂੰ ਰੱਖ ਨਹੀਂ ਸਕਦਾ। ਤੇ ਜੇ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਨਹੀਂ, ਦੋ ਹੀ ਇਕੱਠੀਆਂ ਹੋਈਆਂ ਨੇ, ਫਿਰ ਕਾਲ ਉਹਦੀ ਆਪ ਰੱਖਿਆ ਕਰਦਾ ਹੈ। ਸੋ ਸੂਰਮਾ ਸੀ ਭਾਈ ਮੱਲੂ ਸ਼ਾਹੀ। ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ ਉਪਦੇਸ਼ ਦਿੱਤਾ, ਇਹਨਾਂ ਨੇ ਸਿੱਖੀ ਕਮਾਈ ਤੇ ਆਪਣੇ ਜੀਵਨ ਨੂੰ ਸਫਲ ਬਣਾਇਆ। ਵੱਡਾ ਭਗਤ ਭਾਈ ਕੇਦਾਰੀ। ਅੱਗੇ ਜ਼ਿਕਰ ਕਰ ਰਹੇ ਨੇ ਭਾਈ ਗੁਰਦਾਸ ਸਾਹਿਬ ਜੀ। ਭਾਈ ਕੇਦਾਰੀ ਜੀ ਇਹ ਗੁਰੂ ਅੰਗਦ ਦੇਵ ਜੀ ਦੇ ਸਿੱਖ ਹੋਏ ਅਤੇ ਵੱਡੇ ਭਗਤ ਹੋਏ। ਭਾਈ ਕੇਦਾਰੀ ਸਤਿਗੁਰੂ ਦੀ ਸ਼ਰਨ ਵਿੱਚ ਆਏ ਅਤੇ ਆ ਕੇ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਸਾਰਾ ਸੰਸਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਵਿੱਚ ਸੜ ਰਿਹਾ ਹੈ। ਈਰਖਾ ਦੀ, ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸਾਰਾ ਹੀ ਸੰਸਾਰ ਸੜਦਾ ਹੈ। ਕਿਰਪਾ ਕਰਕੇ ਮੈਨੂੰ ਰੱਖ ਲਵੋ, ਮੈਨੂੰ ਬਚਾ ਲਵੋ। ਸਤਿਗੁਰੂ ਅੰਗਦ ਦੇਵ ਜੀ ਨੇ ਉਪਦੇਸ਼ ਦਿੱਤਾ, ਭਾਈ ਕੇਦਾਰੀ, ਜਦੋਂ ਜੰਗਲ ਨੂੰ ਅੱਗ ਲੱਗੀ ਹੋਵੇ ਤਾਂ ਜਿਹੜੇ ਜੰਗਲ ਦੇ ਜੀਵ ਜੰਤੂ ਹਨ ਉਹ ਤਲਾਬ ਵਾਲੇ ਪਾਸੇ ਭੱਜਦੇ ਹੈ, ਨਦੀ ਵੱਲ ਦੌੜ ਕੇ ਜਾਂਦੇ ਹੈ, ਉਸ ਸੇਕ ਤੋਂ, ਉਸ ਅੱਗ ਤੋਂ ਬਚਣ ਵਾਸਤੇ। ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਵਿਸ਼ਿਆਂ ਦੀ ਅੱਗ ਲੱਗੀ ਹੈ ਤੇ ਗੁਰੂ ਦੀ ਸੰਗਤ ਜਿਹੜੀ ਹੈ ਨਾ, ਸਤ ਸੰਗਤ, ਸਾਧ ਸੰਗਤ, ਇਹ ਸਰੋਵਰ ਹੈ, ਤਲਾਬ ਹੈ। ਜੇ ਵਿਸ਼ਿਆਂ ਦੀ ਅਗਨੀ ਤੋਂ, ਵਿਸ਼ਿਆਂ ਦੇ ਸੇਕ ਤੋਂ ਬਚਣਾ ਚਾਹੁੰਦਾ ਹੈ ਤਾਂ ਸਤ ਸੰਗਤ ਦੀ ਓਟ ਲੈ। ਇੱਥੇ ਗੁਰੂ ਦੇ ਸ਼ਬਦ ਰਾਹੀਂ ਸੀਤਲਤਾ ਮਿਲੇਗੀ, ਵਿਕਾਰਾਂ ਦੀ ਅਗਨੀ ਦੂਰ ਹੋਵੇਗੀ, ਤ੍ਰਿਸ਼ਨਾ ਦੀ, ਈਰਖਾ ਦੀ ਅੱਗ ਹਿਰਦੇ ਦੇ ਵਿੱਚੋਂ ਬੁਝ ਜਾਵੇਗੀ। ਭਾਈ ਕੇਦਾਰੀ ਨੇ ਸਤਿਗੁਰੂ ਦਾ ਉਪਦੇਸ਼ ਸਰਵਣ ਕੀਤਾ, ਸੀਸ ਝੁਕਾਇਆ ਤੇ ਮਹਾਰਾਜ ਦਾ ਉਪਦੇਸ਼ ਮੰਨ ਕੇ ਫਿਰ ਟਹਿਲ ਕਮਾਉਣ ਲੱਗ ਪਏ, ਸਤ ਸੰਗਤ ਕਰਨ ਲੱਗ ਪਏ। ਤੇ ਸਤਿਗੁਰੂ ਜੀ ਦੀ ਬਾਣੀ ਪੜ੍ਹਦਿਆਂ ਭਾਈ ਕੇਦਾਰੀ ਦਾ ਪਾਰ ਉਤਾਰਾ ਹੋਇਆ। ਵੱਡਾ ਭਗਤ ਭਾਈ ਕੇਦਾਰੀ। ਭਾਈ ਗੁਰਦਾਸ ਜੀ ਕਹਿੰਦੇ ਬਹੁਤ ਵੱਡਾ ਭਗਤ ਹੋਇਆ ਸਤਿਗੁਰੂ ਦਾ ਭਾਈ ਕੇਦਾਰੀ ਜੀ। ਇਹ ਜਿਨ੍ਹਾਂ ਸਿੱਖਾਂ ਦੇ ਨਾਮ ਭਾਈ ਗੁਰਦਾਸ ਜੀ ਨੇ ਲਿਖੇ ਨੇ, ਇਹਨਾਂ ਸਿੱਖਾਂ ਦੀ ਵਿਸਥਾਰ ਦੇ ਵਿੱਚ ਕਥਾ ਜਿਹੜੀ ਹੈ ਉਹ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਕਵੀ ਰਾਜ, ਕਵੀ ਭਾਈ ਸੰਤੋਖ ਸਿੰਘ ਨੇ ਲਿਖੀ ਹੈ। ਉੱਥੇ ਇਹਨਾਂ ਸਿੱਖਾਂ ਦੀ ਕਥਾ ਵਿਸਥਾਰ ਵਿੱਚ ਲਿਖੀ ਹੈ। ਜਿਵੇਂ ਜਿਵੇਂ ਮਹਾਰਾਜ ਕੋਲ ਆਏ, ਸਤਿਗੁਰੂ ਨੇ ਕੀ ਕੀ ਸਿੱਖਿਆ ਦਿੱਤੀ, ਉਹ ਸਾਰਾ ਜ਼ਿਕਰ ਹੈ। ਭਾਈ ਗੁਰਦਾਸ ਜੀ ਨੇ ਇਹਨਾਂ ਸਿੱਖਾਂ ਦਾ ਨਾਂ ਲਿਖਿਆ। ਫਿਰ ਭਾਈ ਮਨੀ ਸਿੰਘ ਸਾਹਿਬ ਜੀ, ਉਹਨਾਂ ਨੇ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦਾ ਟੀਕਾ ਕੀਤਾ, ਜਿਨ੍ਹਾਂ ਨੂੰ ਸਿੱਖਾਂ ਦੀ ਭਗਤਮਾਲ ਕਿਹਾ ਜਾਂਦਾ ਹੈ। ਭਾਈ ਮਨੀ ਸਿੰਘ ਜੀ ਨੇ ਵੀ ਇਹਨਾਂ ਸਿੱਖਾਂ ਦਾ ਜਦੋਂ ਇਸ ਵਾਰ ਦੀ ਵਿਆਖਿਆ ਕੀਤੀ, ਜ਼ਿਕਰ ਕੀਤਾ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਭਾਈ ਕੇਦਾਰੀ ਇਹ ਵੱਡਾ ਭਗਤ ਹੋਇਆ ਸਤਿਗੁਰੂ ਦਾ। ਦੀਪਾ ਦਿਓ ਨਰਾਇਣ ਦਾਸ, ਬੂਲੇ ਦੇ ਜਾਈਏ ਬਲਿਹਾਰੀ। ਭਾਈ ਦੀਪਾ
ਦਿਓ ਜਾਤ ਦਾ ਸੀ। ਇਸੇ ਤਰ੍ਹਾਂ ਭਾਈ ਨਰਾਇਣ ਦਾਸ ਅਤੇ ਭਾਈ ਬੂਲਾ, ਇਹ ਤਿੰਨੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਏ। ਗੁਰੂ ਅੰਗਦ ਦੇਵ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜੰਮਣ ਮਰਨ ਤੋਂ ਸਾਨੂੰ ਰੱਖ ਲਵੋ, ਸੰਸਾਰ ਭੋਜਲ ਤੋਂ ਸਾਡਾ ਪਾਰ ਉਤਾਰਾ ਹੋਵੇ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ 4 ਸਾਧਨ ਹਨ। ਇੱਕ ਵੈਰਾਗ ਹੈ, ਦੂਸਰਾ ਯੋਗ ਹੈ, ਤੀਜਾ ਗਿਆਨ ਹੈ ਅਤੇ ਚੌਥੀ ਭਗਤੀ ਹੈ। ਇਹ 4 ਸਾਧਨ ਨੇ, ਪਰ ਸਾਰਿਆਂ ਤੋਂ ਸ੍ਰੇਸ਼ਟ ਹੈ ਪਰਮਾਤਮਾ ਦੀ ਭਗਤੀ। ਜੇ ਮੁਕਤ ਹੋਣਾ ਹੈ, ਪਰਮਾਤਮਾ ਦੀ ਭਗਤੀ ਹੈ। ਵਾਹਿਗੁਰੂ ਜੀ ਨੇ ਮਾਇਆ ਸਬਲੇ ਸੰਸਾਰ ਜੋ ਪੈਦਾ ਕੀਤਾ ਨਾ, ਵੈਰਾਗ ਵਾਲੇ ਨੂੰ, ਯੋਗ ਵਾਲੇ ਨੂੰ ਅਤੇ ਗਿਆਨ ਵਾਲੇ ਨੂੰ, ਇਹਨਾਂ ਤਿੰਨਾਂ ਨੂੰ ਮਾਇਆ ਭਰਮਾ ਸਕਦੀ ਹੈ, ਮੋਹਿਤ ਕਰ ਸਕਦੀ ਹੈ। ਵੈਰਾਗ, ਯੋਗ ਅਤੇ ਗਿਆਨ, ਇਹ 3 ਪੁਰਖ ਮੰਨੇ ਹੈ, ਅਤੇ ਭਗਤੀ ਜਿਹੜੀ ਹੈ ਉਹ ਇਸਤਰੀ ਮੰਨੀ ਹੈ, ਅਤੇ ਮਾਇਆ ਵੀ ਇਸਤਰੀ ਹੈ। ਮਾਇਆ ਜਿਹੜੀ ਹੈ ਉਹ ਪੁਰਖਾਂ ਨੂੰ ਭਰਮਾ ਲੈਂਦੀ ਹੈ, ਇਸਤਰੀ ਪੁਰਸ਼ਾਂ ਨੂੰ ਭਰਮਾ ਲੈਂਦੀ ਹੈ। ਸੋ ਇਸ ਲਈ ਵੈਰਾਗ, ਗਿਆਨ ਅਤੇ ਯੋਗ, ਉਹਨਾਂ ਤਿੰਨਾਂ ਨੂੰ ਭਰਮਾ ਸਕਦੀ ਹੈ ਮਾਇਆ। ਪਰ ਜਿਹੜਾ ਭਗਤੀ ਕਰਨ ਵਾਲਾ ਨਾ, ਇਹ ਸਾਧਨ ਅਪਣਾਉਂਦਾ, ਭਗਤੀ ਕਰਦਾ ਹੈ। ਇਸਤਰੀ ਨੂੰ ਭਰਮਾ ਨਹੀਂ ਸਕਦੀ, ਸੋ ਮਾਇਆ ਭਗਤੀ ਕਰਨ ਵਾਲੇ ਨੂੰ ਭਰਮਾ ਨਹੀਂ ਸਕਦੀ, ਆਪਣੇ ਮੋਹ ਵਿੱਚ ਫਸਾ ਨਹੀਂ ਸਕਦੀ। ਇਸ ਲਈ ਭਾਈ ਦੀਪਾ, ਭਾਈ ਨਰਾਇਣ ਦਾਸ, ਭਾਈ ਬੂਲਾ, ਤੁਸੀਂ ਪਰਮਾਤਮਾ ਦੀ ਭਗਤੀ ਕਰੋ ਅਤੇ ਤੁਹਾਡੀ ਕਲਿਆਣ ਹੋਵੇਗੀ, ਤੁਸੀਂ ਸੰਸਾਰ ਤੋਂ ਤਰ ਜਾਓਗੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਇਹਨਾਂ ਤਿੰਨਾਂ ਨੇ ਸਤਿਗੁਰੂ ਅੰਗਦ ਦੇਵ ਮਹਾਰਾਜ ਦਾ ਉਪਦੇਸ਼ ਧਾਰਿਆ, ਸੰਸਾਰ ਤੋਂ ਤਰੇ। ਦੀਪਾ ਦਿਓ ਨਰਾਇਣ ਦਾਸ, ਬੂਲੇ ਦੇ ਜਾਈਏ ਬਲਿਹਾਰੀ। ਭਾਈ ਦੀਪਾ, ਭਾਈ ਨਰਾਇਣ ਦਾਸ ਅਤੇ ਭਾਈ ਬੂਲੇ ਤੋਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਮੈਂ ਬਲਿਹਾਰ ਜਾਂਦਾ ਹਾਂ, ਇਹਨਾਂ ਤੋਂ ਬਲਿਹਾਰ ਜਾਓ। ਇਹ ਕਰਨੀ ਵਾਲੇ ਸਿੱਖ ਹੋਏ ਹੈ। ਲਾਲ ਸੋ ਲਾਲੂ ਬੁੱਧਵਾਨ, ਦੁਰਗਾ ਜੀਵੰਦ ਪਰ ਉਪਕਾਰੀ। ਲਾਲ ਸੋ ਲਾਲੂ ਬੁੱਧਵਾਨ, ਭਾਈ ਲਾਲੂ ਗੁਰੂ ਕੇ ਪਿਆਰੇ ਸਿੱਖ ਹੋਏ ਹੈ, ਗੁਰੂ ਅੰਗਦ ਦੇਵ ਜੀ ਤੋਂ ਸਿੱਖੀ ਧਾਰਨਕਾਰੀ। ਕੈਸੇ ਸਨ? ਭਾਈ ਗੁਰਦਾਸ ਜੀ ਕਹਿੰਦੇ ਲਾਲ ਵਰਗੇ, ਜਿਵੇਂ ਲਾਲ ਬੇਸ਼ਕੀਮਤੀ ਹੁੰਦਾ ਨਾ, ਲਾਲ ਦੀ ਚਮਕ ਹੁੰਦੀ ਹੈ, ਇਸ ਤਰ੍ਹਾਂ ਗੁਰਸਿੱਖੀ ਦੀ ਚਮਕ ਸੀ ਭਾਈ ਲਾਲੂ ਵਿੱਚ। ਗੁਰੂ ਅਮਰਦਾਸ ਜੀ ਨੇ ਵੀ ਫਿਰ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਸਨ। ਸੋ ਕੁਝ ਐਸੇ ਸਿੱਖ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਤੋਂ ਸਿੱਖੀ ਧਾਰਨ ਕੀਤੀ, ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਜੀ, ਧੰਨ ਗੁਰੂ ਰਾਮਦਾਸ ਮਹਾਰਾਜ ਤੱਕ ਰਹੇ। ਬਾਬਾ ਬੁੱਢਾ ਸਾਹਿਬ ਨੂੰ ਪਹਿਲੇ ਪਾਤਸ਼ਾਹ ਦੇ ਸਿੱਖਾਂ ਵਿੱਚ ਗਿਣਿਆ, 6ਵੇਂ ਪਾਤਸ਼ਾਹ ਤੱਕ ਰਹੇ ਹੈ। ਸੋ ਐਸੇ ਇਹ ਸਿੱਖ ਹਨ ਜਿਨ੍ਹਾਂ ਨੇ ਸਿੱਖੀ ਧਾਰਨ ਕਰਕੇ ਅਤੇ ਗੁਰੂ ਸਾਹਿਬ ਨੂੰ ਪਰਮੇਸ਼ਰ ਦਾ ਰੂਪ ਜਾਣ ਕੇ ਮੰਨਿਆ ਹੈ। ਲਾਲ ਸੋ ਲਾਲੂ ਬੁੱਧਵਾਨ, ਭਾਈ ਲਾਲੂ ਜੀ ਲਾਲ ਵਰਗੇ ਬੇਸ਼ਕੀਮਤੀ ਸਨ, ਅਥਵਾ ਲਾਲ ਪਰਮੇਸ਼ਰ ਦਾ ਪ੍ਰੇਮ ਸੀ ਉਹਨਾਂ ਦੇ ਹਿਰਦੇ ਵਿੱਚ, ਅਤੇ ਬਹੁਤ ਹੀ ਬੁੱਧੀਮਾਨ ਸਨ, ਸੂਝਵਾਨ ਸਨ ਇਹ ਗੁਰੂ ਕੇ ਸਿੱਖ। ਦੁਰਗਾ ਜੀਵੰਦ ਪਰ ਉਪਕਾਰੀ, ਭਾਈ ਦੁਰਗਾ ਅਤੇ ਭਾਈ ਜੀਵੰਦ, ਇਹ ਪਰ ਉਪਕਾਰੀ ਸਿੱਖ ਹੋਏ ਹੈ। ਸੋ ਇਹਨਾਂ ਨੇ ਭਾਈ ਲਾਲੂ, ਭਾਈ ਦੁਰਗਾ ਅਤੇ ਭਾਈ ਜੀਵੰਦਾ, ਇਹਨਾਂ ਨੇ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆ ਕੇ ਬੇਨਤੀ ਕੀਤੀ ਸੀ, ਸਤਿਗੁਰੂ ਸਾਡਾ ਕਿਵੇਂ ਪਾਰ ਉਤਾਰਾ ਹੋਵੇਗਾ? ਤਾਂ ਮਹਾਰਾਜ ਨੇ ਇਹਨਾਂ ਨੂੰ ਬਚਨ ਕੀਤਾ ਸੀ ਵੀ ਪਰ ਉਪਕਾਰ ਦੇ ਸਮਾਨ ਹੋਰ ਕੁਝ ਵੀ ਨਹੀਂ ਹੈ, ਇਸ ਲਈ ਤੁਸੀਂ ਪਰ ਉਪਕਾਰ ਕਰਿਆ ਕਰੋ। ਅਤੇ ਪਰ ਉਪਕਾਰ ਜਿਹੜਾ ਹੈ ਉਹ 3 ਤਰੀਕਿਆਂ ਦਾ ਹੈ। ਇੱਕ ਉਹ ਹੈ ਵੀ ਆਪਣੇ ਕੋਲ ਜੋ ਵਸਤੂ ਹੋਵੇ, ਪਦਾਰਥ ਹੋਵੇ, ਉਹ ਆਪ ਵੀ ਵਰਤਣੇ, ਅਤੇ ਜੇ ਕੋਈ ਗਰੀਬ ਲੋੜਵੰਦ ਹੈ ਅਤੇ ਉਹਦੀ ਲੋੜ ਵੀ ਪੂਰੀ ਕਰਨੀ। ਕਿਸੇ ਕੋਲ ਵਸਤਰ ਨਹੀਂ ਤਨ 'ਤੇ ਪਾਉਣ ਵਾਸਤੇ, ਉਹਨੂੰ ਵਸਤਰ ਦੇ ਦਿਓ।
ਕਿਸੇ ਕੋਲ ਭੋਜਨ ਨਹੀਂ ਹੈ, ਭੁੱਖਾ ਹੈ, ਉਹਨੂੰ ਭੋਜਨ ਛਕਾ ਦਿਓ। ਸੋ ਇਹ ਪਰਉਪਕਾਰ ਹੈ। ਫਿਰ ਮਹਾਰਾਜ ਜੀ ਕਹਿੰਦੇ ਦੂਜਾ ਪਰਉਪਕਾਰ ਹੁੰਦਾ ਹੈ ਸਰੀਰ ਕਰਕੇ ਕਿਸੇ ਦੀ ਟਹਿਲ ਕਰਨੀ, ਸਰੀਰ ਕਰਕੇ ਸੇਵਾ ਕਰਨੀ, ਇਹ ਦੂਜੇ ਤਰ੍ਹਾਂ ਦਾ ਪਰਉਪਕਾਰ ਹੈ। ਔਰ ਇਸੇ ਤਰ੍ਹਾਂ ਤੀਜਾ ਜਿਹੜਾ ਪਰਉਪਕਾਰ ਉਹ ਇਹ ਹੈ ਕਿ ਜੇ ਆਪ ਦੇ ਕੋਲ ਗਿਆਨ ਹੈ, ਧਿਆਨ ਹੈ, ਤਾਂ ਰਸਨਾ ਦੇ ਨਾਲ ਉਪਦੇਸ਼ ਦੇ ਕੇ ਕਿਸੇ ਦੇ ਜੀਵਨ ਨੂੰ ਸਵਾਰ ਦੇਣਾ, ਭਲਾ ਕਰ ਦੇਣਾ। ਮਹਾਰਾਜ ਕਹਿੰਦੇ ਇਹ ਤੀਜਾ ਪਰਉਪਕਾਰ ਹੈ ਬੋਲਾਂ ਦਾ। ਕਿਉਂਕਿ ਅਸੀਂ ਵੇਖਦੇ ਹਾਂ ਕਈਆਂ ਨੂੰ ਸਿੱਖਿਆ ਦੀ ਲੋੜ ਹੁੰਦੀ ਹੈ, ਜਦੋਂ ਬੋਲ ਕੇ ਉਹਨਾਂ ਨੂੰ ਅਸੀਂ ਸ਼ਬਦ ਸਮਝਾਉਂਦੇ ਹਾਂ, ਗੁਰੂ ਕੀ ਬਾਣੀ ਬਾਰੇ ਦੱਸਦੇ ਹਾਂ, ਫਿਰ ਪਤਾ ਲੱਗ ਜਾਂਦਾ ਅਤੇ ਬੰਦਾ ਸਮਝ ਜਾਂਦਾ, ਖੋਟੇ ਮਾਰਗਾਂ ਨੂੰ ਛੱਡ ਕੇ ਸਹੀ ਮਾਰਗ ਨੂੰ ਅਪਣਾ ਲੈਂਦਾ ਹੈ। ਸੋ ਇਹ ਤਿੰਨ ਤਰੀਕੇ ਦਾ ਪਰਉਪਕਾਰ ਹੈ। ਸਤਿਗੁਰੂ ਦੀ ਸਿੱਖਿਆ ਨੂੰ ਇਹਨਾਂ ਨੇ ਧਾਰਨ ਕੀਤਾ ਅਤੇ ਪਰਉਪਕਾਰ ਕਰਦੇ ਰਹੇ, ਬੰਦਗੀ ਭਗਤੀ ਕਰਕੇ। ਭਾਈ ਲਾਲੂ, ਭਾਈ ਦੁਰਗਾ ਅਤੇ ਭਾਈ ਜੀਵਨ ਦਾ ਇਹ ਪਰਉਪਕਾਰੀ ਹੋਏ ਹੈ, ਆਪਣਾ ਜੀਵਨ ਸਫਲ ਬਣਾਇਆ। ਜੱਗਾ ਧਰਣੀ ਜਾਣੀਐ ਸੰਸਾਰੂ ਨਾਲੇ ਨਿਰੰਕਾਰੀ। ਭਾਈ ਜੱਗਾ ਜੀ ਇਹ ਵੀ ਗੁਰੂ ਅੰਗਦ ਦੇਵ ਮਹਾਰਾਜ ਦੇ ਸਿੱਖ ਹੋਏ ਹੈ, ਧਰਣੀ ਜਾਤ ਦੇ ਸਨ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਭਾਈ ਜੱਗਾ ਧਰਣੀ ਜਾਤ ਦੇ ਜਾਣੋ, ਨਾਲੇ ਸੰਸਾਰੀ ਸੀ ਅਤੇ ਨਾਲੇ ਨਿਰੰਕਾਰੀ ਸੀ। ਭਾਵ ਗ੍ਰਸਤ ਦੇ ਵਿੱਚ ਰਹਿੰਦਿਆਂ ਬੰਦਗੀ ਇਬਾਦਤ ਕਰਦੇ ਸੀ। ਭਾਈ ਜੱਗੇ ਨੇ ਸਤਿਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਇੱਕ ਫਕੀਰ ਮਿਲਿਆ ਸੀ ਅਤੇ ਉਸ ਫਕੀਰ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਜਿਹੜਾ ਘਰ ਹੈ ਇਹ ਬੰਧਨ ਰੂਪ ਹੈ, ਬੰਦਾ ਬੱਝ ਜਾਂਦਾ ਹੈ। ਘਰ-ਬਾਰ ਛੱਡ ਕੇ ਜੰਗਲਾਂ ਚਲਿਆ ਜਾ ਅਤੇ ਬੰਦਗੀ ਕਰ, ਤੈਨੂੰ ਰੱਬ ਮਿਲੇਗਾ। ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿਹਾ, ਭਾਈ ਜੱਗਾ ਜੀ ਜੇ ਘਰ-ਬਾਰ ਛੱਡਿਆਂ ਰੱਬ ਮਿਲਦਾ ਹੁੰਦਾ ਅਤੇ ਫਕੀਰਾਂ ਨੂੰ ਫਿਰ ਦੁਬਾਰਾ ਹੱਟੀਆਂ 'ਤੇ ਆ ਕੇ, ਨਗਰ ਵਿੱਚ ਆ ਕੇ ਮੰਗਣ ਦੀ ਲੋੜ ਕਿਉਂ ਪੈਂਦੀ? ਉਹ ਫਿਰ ਕਿਉਂ ਦੁਬਾਰਾ ਪਿੰਡ ਵਿੱਚ ਆਉਂਦੇ ਹੈ, ਹੱਟੀਆਂ 'ਤੇ ਆਉਂਦੇ ਹੈ, ਮੰਗਦੇ ਹੈ? ਇੱਕ ਵਾਰ ਛੱਡ ਕੇ ਚਲੇ ਗਏ, ਫਿਰ ਦੁਬਾਰਾ ਕਾਸ ਲਈ ਆਉਂਦੇ ਨੇ। ਮਹਾਰਾਜ ਜੀ ਕਹਿੰਦੇ ਘਰ-ਬਾਰ ਬੰਧਨ ਰੂਪ ਨਹੀਂ। ਸਿੱਖ ਨੇ ਗ੍ਰਸਤ ਦੇ ਵਿੱਚ ਰਹਿੰਦਿਆਂ ਇਸ ਤਰ੍ਹਾਂ ਰਹਿਣਾ ਹੈ ਜਿਵੇਂ ਕੌਲ ਫੁੱਲ ਪਾਣੀ ਵਿੱਚ ਰਹਿੰਦਾ ਹੋਇਆ ਪਾਣੀ ਤੋਂ ਉੱਚਾ ਹੈ, ਨਿਰਲੇਪ ਹੈ, ਉਹ ਪਾਣੀ ਦੇ ਵਿੱਚ ਡੁੱਬਦਾ ਨਹੀਂ। ਜਿਵੇਂ ਜਿਵੇਂ ਪਾਣੀ ਉੱਚਾ ਵੱਧਦਾ ਹੈ, ਕੌਲ ਫੁੱਲ ਤਾਂ ਨੂੰ ਵੱਧਦਾ ਜਾਂਦਾ ਹੈ। ਸੋ ਇਸ ਤਰ੍ਹਾਂ ਜਿਉਂ ਕਮਲ ਰਹਿ ਵਿੱਚ ਪਾਣੀ ਹੈ, ਇਸ ਤਰ੍ਹਾਂ ਗੁਰੂ ਕੇ ਸਿੱਖ ਨੇ ਗ੍ਰਸਤ ਦੇ ਵਿੱਚ, ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਨਿਰਲੇਪ ਰਹਿਣਾ ਹੈ, ਮੋਹ ਦੇ ਵਿੱਚ ਨਹੀਂ ਪੈਣਾ। ਇਸ ਤਰ੍ਹਾਂ ਸਿੱਖ ਦਾ ਜੀਵਨ ਸਫਲ ਹੁੰਦਾ ਹੈ। ਭਾਈ ਜੱਗਾ ਜੀ ਨੇ ਸਤਿਗੁਰੂ ਦੇ ਉਪਦੇਸ਼ ਨੂੰ ਧਾਰਿਆ, ਸਾਧ ਸੰਗਤ ਦੀ ਟਹਿਲ ਕਰਨ ਲੱਗ ਪਏ ਅਤੇ ਸੰਸਾਰ ਵਿੱਚ ਰਹਿੰਦਿਆਂ ਹੀ ਨਿਰੰਕਾਰ ਦੀ ਪ੍ਰਾਪਤੀ ਕੀਤੀ। ਸੋ ਸੰਸਾਰੀ ਅਤੇ ਨਿਰੰਕਾਰੀ ਸਨ, ਭਾਵ ਗ੍ਰਸਤੀ ਸਨ ਭਾਈ ਜੱਗਾ ਜੀ। ਖਾਨੂ ਮਾਈਆ ਪਿਓ ਪੁੱਤ ਹੈ, ਗੁਣ ਗਾਹਕ ਗੋਵਿੰਦ ਭੰਡਾਰੀ। ਭਾਈ ਖਾਨੂ ਅਤੇ ਭਾਈ ਮਾਈਆ ਇਹ ਪਿਓ ਪੁੱਤ ਹਨ ਦੋਵੇਂ। ਭਾਈ ਖਾਨੂ ਪਿਓ ਹੈ ਅਤੇ ਭਾਈ ਮਾਈਆ ਇਹ ਪੁੱਤਰ ਹੈ। ਗੁਣ ਗਾਹਕ ਗੋਵਿੰਦ ਭੰਡਾਰੀ, ਅਤੇ ਗੁਣਾਂ ਦਾ ਗਾਹਕ ਭਾਈ ਗੋਵਿੰਦ ਇਹ ਭੰਡਾਰੀ ਸੀ, ਖੱਤਰੀ। ਖੱਤਰੀਆਂ ਦੀ ਇੱਕ ਜਾਤ ਹੈ ਭੰਡਾਰੀ। ਸੋ ਇਹ ਤਿੰਨੇ ਹੀ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ, ਖਾਨੂ, ਮਾਈਆ ਅਤੇ ਗੋਵਿੰਦ। ਅਰਦਾਸ ਕੀਤੀ ਗਰੀਬ ਨਿਵਾਜ, ਕੋਈ ਐਸਾ ਗੁਣ ਸਾਨੂੰ ਦੱਸੋ ਵੀ ਸਾਰੇ ਹੀ ਗੁਣ ਸਾਨੂੰ ਮਿਲ ਜਾਣ। ਅਤੇ ਸਤਿਗੁਰੂ ਅੰਗਦ ਦੇਵ ਮਹਾਰਾਜ ਨੇ ਕਿਹਾ, ਭਗਤੀ। ਭਗਤੀ ਤੋਂ ਬਿਨਾਂ ਤਾਂ ਹੋਰ ਕੁਛ ਹੈ ਹੀ ਨਹੀਂ। ਭਗਤੀ ਸਭ ਤੋਂ ਵੱਡਾ ਉੱਤਮ ਗੁਣ ਹੈ।
ਤੁਸੀਂ ਪਰਮਾਤਮਾ ਦੀ ਭਗਤੀ ਕਰੋ ਅਤੇ ਵਾਹਿਗੁਰੂ ਤੁਹਾਡਾ ਸਹਾਈ ਹੋਵੇਗਾ। ਨਾਲ ਹੀ ਮਹਾਰਾਜ ਨੇ ਦੱਸਿਆ ਭਗਤੀ ਵੀ 3 ਤਰ੍ਹਾਂ ਦੀ ਹੁੰਦੀ ਹੈ। ਨੌਧਾ ਭਗਤੀ ਹੈ, ਪ੍ਰੇਮਾ ਭਗਤੀ ਹੈ, ਪਰਾ ਭਗਤੀ ਹੈ। ਸੋ ਨੌਧਾ ਭਗਤੀ ਬਾਰੇ ਵੀ ਸਤਿਗੁਰੂ ਜੀ ਨੇ ਇਹਨਾਂ ਨੂੰ ਖੋਲ੍ਹ ਕੇ ਦੱਸਿਆ। ਫਿਰ ਪ੍ਰੇਮਾ ਭਗਤੀ ਬਾਰੇ ਦੱਸਿਆ ਔਰ ਪਰਾ ਭਗਤੀ ਉਹਦੇ ਬਾਰੇ ਸਤਿਗੁਰੂ ਜੀ ਨੇ ਇਹਨਾਂ ਨੂੰ ਦੱਸਿਆ ਵੀ ਜੇ ਨੌਧਾ ਭਗਤੀ ਵਿੱਚੋਂ ਇੱਕ ਵੀ ਪ੍ਰਾਪਤ ਹੋ ਜਾਵੇ ਤਾਂ ਵੀ ਕਲਿਆਣ ਹੈ, ਅਤੇ ਜੇ 9 ਦੀਆਂ 9 ਭਗਤੀਆਂ ਹੀ ਪ੍ਰਾਪਤ ਹੋਣ ਤਾਂ ਫਿਰ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦਾ ਹੈ। ਉਹਦੀ ਜੋਤ ਪਰਮ ਜੋਤ ਪਰਮਾਤਮਾ ਦੇ ਵਿੱਚ ਮਿਲ ਜਾਂਦੀ ਹੈ। ਸੋ ਸਤਿਗੁਰੂ ਨੇ ਨੌਧਾ ਭਗਤੀ ਬਾਰੇ ਦੱਸਿਆ ਔਰ ਉਹਨਾਂ ਨੌਧਾ ਭਗਤੀਆਂ ਨੂੰ ਧਾਰਨ ਵਾਲੇ ਅਨੇਕਾਂ ਗੁਰੂ ਕੇ ਸਿੱਖ ਹੋਏ ਹੈ। ਨੌਧਾ ਭਗਤੀ ਦਾ ਅਰਥ ਹੁੰਦਾ 9 ਤਰ੍ਹਾਂ ਦੀ ਭਗਤੀ ਕਰਦਿਆਂ ਇਹ 9 ਭਗਤੀ ਨੂੰ ਅੱਗੇ ਆਪਾਂ ਕਹੋ ਵੀ ਵੰਡ ਲਵੋ 9 ਹਿੱਸਿਆਂ ਵਿੱਚ। ਬੰਦਗੀ ਕਰਨੀ, ਨਾਮ ਜਪਣਾ, ਟਹਿਲ ਕਰਨੀ, ਇਹ ਸਾਰਾ ਕੁਝ ਭਗਤੀ ਦੇ ਵਿੱਚ ਆਉਂਦਾ ਹੈ। ਨੌਧਾ ਭਗਤੀ ਬਾਰੇ ਸਤਿਗੁਰੂ ਨੇ ਦੱਸਿਆ ਵੀ ਪਹਿਲੀ ਇਹ ਹੈ ਕਿ ਸਤਿਗੁਰੂ ਦੇ ਜਿਹੜੇ ਬਚਨ ਹਨ ਉਹ ਸ਼ਰਧਾ ਦੇ ਨਾਲ ਸਰਵਣ ਕਰਨੇ। ਆਪਾਂ ਬਾਣੀ ਸਰਵਣ ਕਰਦੇ ਹਾਂ, ਗੁਰੂ ਦਾ ਸ਼ਬਦ ਜੋ ਸਰਵਣ ਕਰਨਾ ਇਹ ਵੀ ਇੱਕ ਭਗਤੀ ਹੈ। ਅਨੇਕਾਂ ਗੁਰਸਿੱਖ ਨਿਤਾ ਪ੍ਰਤੀ ਹਰ ਰੋਜ਼ ਇਹ ਭਗਤੀ ਕਰਦੇ ਆ, ਗੁਰੂ ਦੇ ਬਚਨ ਸਰਵਣ ਕਰਦੇ। ਸੋ ਪਹਿਲੀ ਇਹ ਭਗਤੀ ਹੈ। ਦੂਜੀ ਇਹ ਹੈ ਆਪ ਕਥਾ ਕੀਰਤਨ ਕਰਨਾ। ਇੱਕ ਤੇ ਹੋ ਗਿਆ ਸੁਣਨਾ ਅਤੇ ਦੂਜੀ ਭਗਤੀ ਹੋ ਗਿਆ ਆਪ ਕੀਰਤਨ ਕਰਨਾ, ਆਪ ਕਥਾ ਕਰਨੀ, ਸ਼ਬਦ ਦਾ ਵਿਚਾਰ ਆਪ ਕਰਨੀ। ਇਹ ਦੂਜੀ ਤਰ੍ਹਾਂ ਦੀ ਭਗਤੀ। ਇਸੇ ਤਰ੍ਹਾਂ ਤੀਜੀ ਭਗਤੀ ਇਹ ਹੈ ਕਿ ਪਰਮਾਤਮਾ ਤੋਂ ਬਿਨਾਂ ਆਪਣਾ ਸਮਾਂ ਨਾ ਗੁਜ਼ਾਰਨਾ, ਉਹਦਾ ਨਾਮ ਸਵਾਸ ਸਵਾਸ ਸਿਮਰਦੇ ਰਹਿਣਾ, ਇਹ ਤੀਜੀ ਭਗਤੀ ਹੈ। ਚੌਥੀ ਭਗਤੀ ਪਰਮਾਤਮਾ ਦੇ ਚਰਨਾਂ ਦਾ ਧਿਆਨ ਕਰਨਾ ਅਤੇ ਸੰਤ ਜਨਾਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਨੀ, ਪਾਣੀ ਢੋਣਾ, ਪੱਖਾ ਝੱਲਣਾ, ਇਹ ਚੌਥੀ ਭਗਤੀ ਹੈ। ਅਤੇ ਪੰਜਵੀਂ ਤਰ੍ਹਾਂ ਦੀ ਭਗਤੀ ਹੁੰਦੀ ਹੈ ਸਾਧੂ ਸੰਤ ਮਹਾਤਮਾ ਨੂੰ ਪ੍ਰਸ਼ਾਦਾ ਛਕਾਉਣਾ, ਵਸਤਰ ਇਤਿਆਦਿਕ ਦੇ ਕੇ ਉਹਨਾਂ ਦੀ ਟਹਿਲ ਕਰਨੀ। ਛੇਵੀਂ ਤਰ੍ਹਾਂ ਦੀ ਜੋ ਭਗਤੀ ਹੈ ਉਹ ਇਹ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਚਰਨ, ਹਜ਼ੂਰ ਦੇ ਚਰਨਾਂ 'ਤੇ ਨਤਮਸਤਕ ਹੋਣਾ, ਗੁਰੂ ਦੇ ਚਰਨਾਂ 'ਤੇ ਨਮਸਕਾਰ ਕਰਨੀ, ਮੱਥਾ ਟੇਕ ਕੇ ਪਰਿਕਰਮਾ ਕਰਨੀਆਂ, ਇਹ ਛੇਵੀਂ ਭਗਤੀ ਹੈ। ਸੱਤਵੀਂ ਭਗਤੀ ਹੁੰਦੀ ਹੈ ਦਾਸਾ ਭਾਵ, ਆਪਣੇ ਆਪ ਨੂੰ ਦਾਸ ਜਾਣਨਾ। ਮੋਹ ਕਉ ਕੀਜੈ ਦਾਸ, ਦਾਸ ਦਾਸਨ ਕੋ, ਹਰਿ ਦਇਆ ਧਾਰ ਜਗਨਨਾਥਾ। ਅਤੇ ਗੁਰੂ ਨੂੰ ਆਪਣਾ ਮਾਲਕ ਸੁਆਮੀ ਜਾਣਨਾ, ਇਹ ਹੈ ਸੱਤਵੀਂ ਤਰ੍ਹਾਂ ਦੀ ਭਗਤੀ। ਗੁਰਸਿੱਖ ਇਸ ਭਗਤੀ ਨੂੰ ਕਰਦੇ ਹੈ। ਅਤੇ ਅੱਠਵੀਂ ਭਗਤੀ ਜਿਹੜੀ ਹੈ ਵੀ ਮਹਾਰਾਜ ਨੂੰ, ਗੁਰੂ ਨੂੰ ਆਪਣਾ ਪਿਆਰਾ ਮਿੱਤਰ ਜਾਣਨਾ, ਕਿਉਂਕਿ ਸਤਿਗੁਰੂ ਐਸਾ ਮਿੱਤਰ ਹੈ ਲੋਕ ਪਰਲੋਕ ਵਿੱਚ ਸਾਥ ਨਹੀਂ ਕਦੇ ਛੱਡਦਾ। ਮਹਾਰਾਜ ਹੀ ਮੇਰੇ ਮਿੱਤਰ ਹਨ, ਸਤਿਗੁਰੂ ਹੀ ਮੇਰਾ ਭਲਾ ਕਰਨਗੇ, ਇਹ ਅੱਠਵੀਂ ਹੈ। ਅਤੇ ਨੌਵੀਂ ਭਗਤੀ ਜੋ ਇਹ ਹੈ ਕਿ ਤਨ ਮਨ ਧਨ ਸਾਰਾ ਕੁਝ ਗੁਰੂ ਨੂੰ ਸੌਂਪ ਦੇਣਾ। ਜਿਵੇਂ ਅਸੀਂ ਬਾਣੀ 'ਚ ਪੜ੍ਹਦੇ ਹਾਂ, ਤਨ ਮਨ ਧਨ ਸਭ ਸੌਂਪ ਗੁਰੂ ਕਾ ਹੁਕਮ ਮੰਨਿਆ ਪਾਈਏ। ਤਨ ਮਨ ਧਨ ਸਭ ਕੁਝ ਤੇਰਾ ਹੀ ਹੈ ਸਤਿਗੁਰੂ, ਸਾਰਾ ਕੁਝ ਗੁਰੂ ਨੂੰ ਅਰਪਣ ਕਰ ਦੇਣਾ, ਇਹ ਨੌਵੀਂ ਭਗਤੀ। ਇਹਨੂੰ ਕਹਿੰਦੇ ਨੇ ਨੌਧਾ ਭਗਤੀ। ਸੋ ਇਹ ਭਗਤੀ ਦੇ ਵਿੱਚ ਸਾਰੇ ਆ ਜਾਂਦੇ ਹੈ। ਸੋ ਜਿਹੜੇ ਇਹ ਭਗਤੀ ਕਰਦੇ ਹੈ ਉਹਨਾਂ ਦੀ ਕਲਿਆਣ ਹੁੰਦੀ ਹੈ। ਮਹਾਰਾਜ ਕਹਿੰਦੇ ਸੋ ਇਸ ਤਰ੍ਹਾਂ ਇਹ ਨੌਧਾ ਭਗਤੀ ਹੈ। ਫਿਰ ਹੈ ਪ੍ਰੇਮਾ ਭਗਤੀ। ਪ੍ਰੇਮਾ ਭਗਤੀ ਕਿਹਾ ਜਾਂਦਾ ਹੈ ਜਿਵੇਂ ਰੁੱਖ ਹੈ, ਉਹਨੂੰ ਫਲ ਲੱਗਦਾ ਹੈ। ਪਹਿਲਾਂ ਉਹ ਸਾਵਾ ਹੁੰਦਾ ਹੈ, ਹਰਿਆ ਜਿਹਾ, ਕੌੜਾ ਹੁੰਦਾ, ਕੁੜੱਤਣ ਹੁੰਦੀ ਹੈ। ਫਿਰ ਉਹਦੇ ਵਿੱਚ ਪੀਲਾਪਨ ਆ ਜਾਂਦਾ ਹੈ, ਫਿਰ ਉਹ ਕੁੜੱਤਣ ਦੂਰ ਹੋ ਜਾਂਦੀ ਹੈ, ਖਟਾਸ ਹੁੰਦੀ ਹੈ। ਉਸ ਤੋਂ ਬਾਅਦ ਫਿਰ ਉਹ ਜਦੋਂ ਫਲ ਪੱਕ ਜਾਂਦਾ ਹੈ ਫਿਰ ਉਹ ਲਾਲ ਹੋ ਜਾਂਦਾ ਹੈ ਅਤੇ ਉਹਦਾ ਸਵਾਦ ਜਿਹੜਾ ਹੈ ਮਿੱਠਾ ਹੋ ਜਾਂਦਾ ਹੈ। ਸੋ ਪ੍ਰੇਮਾ ਭਗਤੀ ਇਹ ਹੈ ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ
ਪਿਆਰੇ ਹਨ ਨਾ ਪ੍ਰੇਮੀ, ਪਹਿਲਾਂ ਉਹਨਾਂ ਦੇ ਮਨ ਵਿੱਚ ਵੈਰਾਗ ਪੈਦਾ ਹੁੰਦਾ ਹੈ। ਅਸੀਂ ਪਰਮਾਤਮਾ ਤੋਂ ਵਿਛੜੇ ਹਾਂ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲਹੁ ਰਾਮ, ਚਾਰ ਕੁੰਟ ਦਹਿ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਅਰਦਾਸਾਂ ਕਰਦੇ ਹੈ, ਵਿਛੋੜੇ ਦਾ ਅਹਿਸਾਸ ਹੁੰਦਾ ਹੈ, ਅਤੇ ਵਿਛੋੜੇ ਦੇ ਅਹਿਸਾਸ ਕਰਕੇ ਵੈਰਾਗ ਕਰਦਿਆਂ ਹੋਇਆਂ ਕਈ ਵਾਰ ਉਹਨਾਂ ਦੇ ਨੇਤਰਾਂ ਦੇ ਵਿੱਚੋਂ ਹੰਝੂ ਵੀ ਗਿਰਦੇ ਹੈ। ਸੋ ਇਸ ਤਰ੍ਹਾਂ ਜਿਹੜੇ ਪਰਮਾਤਮਾ ਦੇ ਪ੍ਰੇਮੀ ਹੈ, ਪਹਿਲਾਂ ਉਹ ਰੁਦਨ ਕਰਦੇ ਹੈ, ਵੈਰਾਗ ਕਰਦੇ ਹੈ, ਫਿਰ ਉਸ ਵੇਲੇ ਉਹਨਾਂ ਦਾ ਮੁਖ ਜਿਹੜਾ ਹੁੰਦਾ ਨਾ, ਜਿਵੇਂ ਫਲ ਸਾਵਾ ਹੁੰਦਾ ਹੈ, ਉਸ ਅਵਸਥਾ ਵਿੱਚ ਹੁੰਦੇ ਹੈ। ਫਿਰ ਜਿਵੇਂ ਜਿਵੇਂ ਪ੍ਰੇਮ ਵੱਧਦਾ ਜਾਂਦਾ ਹਿਰਦੇ ਵਿੱਚ, ਫਿਰ ਆਹਾਰ ਭੋਜਨ ਵੀ ਘਟਦਾ ਜਾਂਦਾ, ਖੁਰਾਕ ਉਹਨਾਂ ਦੀ ਘਟਦੀ ਜਾਂਦੀ ਹੈ, ਵਿਵਹਾਰ ਵੀ ਘਟਦੇ ਜਾਂਦੇ ਹੈ। ਉਦੋਂ ਫਿਰ ਉਸ ਅਵਸਥਾ ਵਿੱਚ ਪਹੁੰਚਦੇ ਜਿਵੇਂ ਫਲ ਪੀਲਾ ਹੁੰਦਾ ਹੈ ਅਤੇ ਥੋੜ੍ਹੀ ਖਟਾਸ ਹੁੰਦੀ ਹੈ। ਅਤੇ ਜਿਵੇਂ ਜਿਵੇਂ ਪਰਮੇਸ਼ਰ ਦੇ ਪਿਆਰਿਆਂ ਦੀ ਉਹ ਸੰਗਤ ਕਰਦੇ ਹੈ ਅਤੇ ਉਹਨਾਂ ਦੇ ਬਚਨਾਂ ਦੀ ਕਮਾਈ ਕਰਦੇ ਹੈ, ਅਤੇ ਫਿਰ ਬੰਦਗੀ ਕਰਦਿਆਂ ਕਰਦਿਆਂ ਉਹਨਾਂ ਦਾ ਮਸਤਕ, ਉਹਨਾਂ ਦੇ ਚਿਹਰੇ ਦੇ ਉੱਤੇ ਲਾਲੀ ਪ੍ਰਗਟ ਹੋ ਜਾਂਦੀ ਹੈ। ਲਾਲ ਰੰਗ ਤਿਸ ਕੋ ਲੱਗਾ, ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਹਿ ਲਾਗੈ ਦਾਗਾ। ਫਿਰ ਉਹ ਪੂਰੇ ਪੱਕ ਜਾਂਦੇ ਹੈ ਅਤੇ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਹੈ। ਸੋ ਪ੍ਰੀਤ ਰੂਪ ਜਿਹੜੀ ਮਿਸ਼ਠਾਨ ਹੈ ਤਾਂ ਉਹਨਾਂ ਦੇ ਵਿੱਚ ਅੰਦਰ ਪ੍ਰਾਪਤ ਹੋ ਜਾਂਦੀ ਹੈ। ਫਿਰ ਜੀਵ ਅਤੇ ਈਸ਼ਵਰ ਨੂੰ ਅਭੇਦ ਸਮਝ ਲੈਂਦੇ ਹੈ। ਜੀਵ ਅਤੇ ਈਸ਼ਵਰ ਜਿਹੜੇ ਨੇ ਉਹ ਅਭੇਦ ਨੇ, ਕੋਈ ਭੇਦ ਨਹੀਂ, ਫਰਕ ਨਹੀਂ ਇਹਨਾਂ ਵਿੱਚ। ਸਤ ਚਿਤ ਆਨੰਦ ਸਵਰੂਪ ਉਹੀ ਅਸਲੀ ਰੂਪ ਹੈ। ਸਤ ਚਿਤ ਆਨੰਦ ਸਵਰੂਪ ਜੀਵਾਤਮਾ ਹੈ, ਸਤ ਚਿਤ ਆਨੰਦ ਸਵਰੂਪ ਈਸ਼ਵਰ ਹੈ। ਇਸ ਤਰ੍ਹਾਂ ਉਹ ਏਕਤਾ ਜਾਣਦੇ ਹੈ। ਸੋ ਮਹਾਰਾਜ ਕਹਿੰਦੇ ਇਹ ਪ੍ਰੇਮਾ ਭਗਤੀ ਹੈ। ਅਨੇਕਾਂ ਹੀ ਜਿਹੜੇ ਬੰਦਗੀ ਕਰਨ ਵਾਲੇ ਉਹ ਪ੍ਰੇਮਾ ਭਗਤੀ ਕਰਦੇ ਹੈ। ਇਉਂ ਸਤਿਗੁਰੂ ਨੇ ਇਹਨਾਂ ਨੂੰ ਸਿੱਖਿਆ ਦਿੱਤੀ, ਔਰ ਨਾਲ ਹੀ ਸਤਿਗੁਰੂ ਨੇ ਦੱਸਿਆ ਇਹਨਾਂ ਗੁਰੂ ਕੇ ਸਿੱਖਾਂ ਨੂੰ, ਹੈ ਗੁਰੂ ਕੇ ਸਿੱਖੋ। ਜਦੋਂ ਏਕਤਾ ਹੋ ਜਾਂਦੀ ਹੈ ਨਾ ਪਰਮਾਤਮਾ ਨਾਲ, ਉੱਥੇ ਫਿਰ ਕੋਈ ਭੇਦ ਨਹੀਂ ਰਹਿੰਦਾ। ਅਗਿਆਨਤਾ ਕਰਕੇ ਹੀ ਬੰਦਾ ਸਹਿਕਾਮੀ ਹੁੰਦਾ ਹੈ, ਅਤੇ ਜਿਹੜੀ ਜਦੋਂ ਅਗਿਆਨਤਾ ਦੂਰ ਹੋ ਗਈ ਫਿਰ ਨਿਸ਼ਕਾਮ ਹੋ ਜਾਂਦਾ ਹੈ, ਅਤੇ ਨਿਸ਼ਕਾਮਤਾ ਕਰਕੇ ਫਿਰ ਸੁਆਮੀ ਦੀ ਪ੍ਰਾਪਤੀ ਹੁੰਦੀ ਹੈ। ਅਸੀਂ ਸੁਖਮਨੀ ਸਾਹਿਬ ਦੇ ਵਿੱਚ ਵੀ ਸਤਿਗੁਰੂ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ। ਸੋ ਇਸ ਲਈ ਨਿਸ਼ਕਾਮ ਸੇਵਾ ਕਰੇ, ਬੰਦਗੀ ਕਰੇ, ਭਗਤੀ ਕਰੇ। ਸੋ ਖਾਨੂ, ਮਾਈਆ, ਗੋਵਿੰਦ ਇਹਨਾਂ ਤਿੰਨਾਂ ਨੇ ਸਤਿਗੁਰੂ ਦਾ ਉਪਦੇਸ਼ ਧਾਰਿਆ ਅਤੇ ਆਪਣੇ ਜੀਵਨ ਨੂੰ ਸਫਲ ਬਣਾਇਆ। ਭਗਤੀ ਕਰਕੇ ਆਪਣੇ ਜੀਵਨ ਦੀ ਕਲਿਆਣਤਾ ਕੀਤੀ ਇਹਨਾਂ ਤਿੰਨਾਂ ਨੇ ਹੀ। ਜੋਧ ਰਸੋਈਆ ਦੇਵਤਾ, ਗੁਰ ਸੇਵਾ ਕਰ ਦੁੱਤਰ ਤਾਰੀ। ਭਾਈ ਜੋਧ ਇਹ ਰਸੋਈਆ ਸੀ, ਲਾਂਗਰੀ ਸੀ, ਅਤੇ ਸਤਿਗੁਰੂ ਅੰਗਦ ਦੇਵ ਮਹਾਰਾਜ ਦੇ ਹਜ਼ੂਰ ਰਹਿੰਦੇ ਸੀ। ਜਾਤ ਕਰਕੇ ਬ੍ਰਾਹਮਣ ਸੀ। ਭਾਈ ਗੁਰਦਾਸ ਸਾਹਿਬ ਨੇ ਇਹਨਾਂ ਸਾਰਿਆਂ ਦਾ ਜ਼ਿਕਰ ਇਹ ਕੀਤਾ ਹੈ। ਗੁਰਸਿੱਖੀ ਦੇ ਵਿੱਚ ਸਾਰੇ ਹੀ ਪ੍ਰਵਾਨ ਨੇ। ਬਾਹਰ ਦੀਆਂ ਭਾਵੇਂ ਉਹਨਾਂ ਦੀਆਂ ਜਿਹੜੀ ਮਰਜ਼ੀ ਜਾਤਾਂ ਗੋਤਾਂ ਸਨ, ਕੋਈ ਜਾਤ ਦਾ ਸੀ, ਕੋਈ ਕਿਸੇ ਗੋਤ ਦਾ ਸੀ, ਕੋਈ ਕਿਸੇ ਵਿੱਚੋਂ, ਸਤਿਗੁਰੂ ਨੇ ਕਿਸੇ ਦੇ ਨਾਲ ਭਿੰਨ ਭੇਦ ਨਹੀਂ ਕੀਤਾ। ਸਾਰਿਆਂ ਨੂੰ ਉਪਦੇਸ਼ ਦਿੱਤਾ ਔਰ ਕਿਹਾ ਤੁਸੀਂ ਗੁਰੂ ਕੇ ਸਿੱਖ ਹੋ। ਇੱਥੇ ਜਾਤਾਂ ਪਾਤਾਂ ਨਹੀਂ ਦੇਖੀਆਂ ਜਾਂਦੀਆਂ, ਇੱਥੇ ਹਿਰਦੇ ਦਾ ਪ੍ਰੇਮ ਵੇਖਿਆ ਜਾਂਦਾ। ਬੰਦਗੀ ਕਰਨ ਵਾਲੇ, ਸਿਮਰਨ ਕਰਨ ਵਾਲੇ ਆਪਣੇ ਆਪ ਦੀ ਕਲਿਆਣਤਾ ਕਰ ਲੈਂਦੇ ਐ। ਸੋ ਭਾਈ ਜੋਧ ਇਹ ਬ੍ਰਾਹਮਣ ਸੀ, ਰਸੋਈਆ ਸੀ, ਸਤਿਗੁਰੂ ਦਾ ਲਾਂਗਰੀ ਸੀ। ਇੱਕ ਭਾਈ ਜੋਧ ਬਾਰੇ ਆਪਾਂ ਕੱਲ੍ਹ ਸਰਵਣ ਕੀਤਾ, ਉਹ ਖਡੂਰ ਨਿਵਾਸੀ ਭਾਈ ਜੋਧ ਸੀ, ਜਿਹਦੇ ਤੋਂ ਭਾਈ ਲਹਿਣੇ ਨੇ ਗੁਰੂ ਦਾ ਸ਼ਬਦ ਸੁਣਿਆ ਅਤੇ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਏ ਸੀ। ਇਹ ਭਾਈ ਜੋਧ ਹੋਰ ਹੈ। ਇਹ ਮਹਾਰਾਜ ਦੇ ਕੋਲ ਆਏ ਅਤੇ ਸਤਿਗੁਰੂ ਪਾਤਸ਼ਾਹ ਜੀ ਤੋਂ ਉਪਦੇਸ਼ ਦੀ ਯਾਚਨਾ ਕੀਤੀ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਵੀ ਤੁਸੀਂ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ ਕਰੋ। ਭਾਈ ਜੋਧ ਨੇ ਆਪ ਲੰਗਰ ਤਿਆਰ ਕਰਨਾ, ਜਿੱਥੇ ਸਤਿਗੁਰੂ ਨੂੰ ਛਕਾਉਣਾ, ਹੋਰ ਗੁਰਸਿੱਖਾਂ ਨੂੰ ਛਕਾਉਣਾ, ਅਤੇ ਪਿੱਛੋਂ ਬਚਿਆ ਹੋਇਆ ਆਪ ਛਕਣਾ। ਇਸ ਤਰ੍ਹਾਂ ਟਹਿਲ ਕਰਕੇ ਅਤੇ ਸੇਵਾ ਕਰਦਿਆਂ ਹੋਇਆਂ ਭਾਈ ਜੋਧ ਉਹਦੀ ਕਲਿਆਣਤਾ ਹੋਈ।
ਗੁਰ ਸੇਵਾ ਕਰ ਦੁੱਤਰ ਤਾਰੀ। ਗੁਰੂ ਦੀ ਸੇਵਾ ਕਰਕੇ ਔਖੇ ਤਰੇ ਜਾਣ ਵਾਲੇ ਸੰਸਾਰ ਸਮੁੰਦਰ ਤੋਂ ਆਪਣੇ ਆਪ ਨੂੰ ਤਾਰ ਲਿਆ। ਪੂਰੇ ਸਤਿਗੁਰ ਪੈਜ ਸਵਾਰੀ। ਪੂਰੇ ਸਤਿਗੁਰੂ ਨੇ ਆਪਣੇ ਪਿਆਰੇ ਭਗਤਾਂ ਦੀ, ਸਿੱਖਾਂ ਦੀ ਪੈਜ ਸਵਾਰੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿੰਨੇ ਵੀ ਇਹ ਨਾਮ ਮੈਂ ਗਿਣੇ ਹੈ, ਇਹ ਸਤਿਗੁਰੂ ਦੇ ਪਿਆਰੇ ਸਿੱਖ ਹੋਏ ਹੈ ਔਰ ਮਹਾਰਾਜ ਦੀ ਸਿੱਖੀ ਕਮਾ ਕਰਕੇ ਇਹਨਾਂ ਨੇ ਜੀਵਨ ਨੂੰ ਸਫਲ ਬਣਾਇਆ। ਸਤਿਗੁਰੂ ਨੇ ਆਪ ਇਹਨਾਂ ਸਾਰੇ ਗੁਰਸਿੱਖਾਂ ਦੀ ਪੈਜ ਸਵਾਰੀ, ਸਾਰੇ ਗੁਰਸਿੱਖਾਂ ਦੀ ਸਤਿਗੁਰੂ ਨੇ ਇੱਜ਼ਤ ਪਤ ਲੋਕ ਪ੍ਰਲੋਕ ਦੇ ਵਿੱਚ ਰੱਖੀ ਹੈ। ਸੋ ਇਸ 15ਵੀਂ ਪੌੜੀ ਦੇ ਵਿੱਚ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਜਿਹੜੇ ਸਿੱਖ ਹੋਏ, ਸਿੱਖੀ ਧਾਰਨ ਸਤਿਗੁਰੂ ਅੰਗਦ ਦੇਵ ਜੀ ਤੋਂ ਕੀਤੀ, ਉਹਨਾਂ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਨੇ ਕੀਤਾ ਹੈ। ਇਸ ਤੋਂ ਅੱਗੇ 16ਵੀਂ ਪੌੜੀ ਦੇ ਵਿੱਚ ਸਤਿਗੁਰੂ ਅਮਰਦਾਸ ਮਹਾਰਾਜ ਵੇਲੇ ਦੇ ਜਿਹੜੇ ਸਿੱਖ ਨੇ, ਗੁਰੂ ਅਮਰਦਾਸ ਜੀ ਤੋਂ ਜਿਨ੍ਹਾਂ ਸਿੱਖੀ ਧਾਰਨ ਕੀਤੀ, ਖਾਸ ਕਰਕੇ ਡੱਲਾ ਨਿਵਾਸੀ ਸਿੱਖ, ਕਿਉਂਕਿ ਡੱਲੇ ਦੇ ਬਹੁਤ ਸਿੱਖ ਸਨ ਜਿਨ੍ਹਾਂ ਨੇ ਸਿੱਖੀ ਧਾਰਨ ਕੀਤੀ ਹੈ। ਸੋ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਸੰਗਤ ਨੇ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਜੋਦ ਰਸੋਈਆ ਦੇਵਤਾ, ਗੁਰ ਸੇਵਾ ਕਰ ਦੁੱਤਰ ਤਾਰੀ। ਪੂਰੇ ਸਤਿਗੁਰ ਪੈਜ ਸਵਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।